ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਰਾਗੋਜਰੀ ਵਾਰ ਮਹੱਲਾ ਪੰਜਵਾਂ ਦੇ 10ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੋਜਰੀ ਵਾਰ ਮਹੱਲਾ ਪੰਜਵਾਂ। ਏਕ ਓੰਕਾਰ ਸਤਿਗੁਰੂ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾਂ। ਬਾਹਰ ਵਿਡਾਨੜੇ ਹੁਮਸ ਤੁਮਸ, ਕੂਕਾਂ ਪਈਆਂ ਰਾਹੀ, ਤਿਉ ਸਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਬਾਹਰ ਵਿਡਾਨੜੇ ਹੁਮਸ ਤੁਮਸ, ਕੂਕਾਂ ਪਈਆਂ ਰਾਹੀ, ਤਉ ਸਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਮਹੱਲਾ ਪੰਜਵਾਂ। ਸੱਚੀ ਵੈ ਸਗਤ ਨਾ ਸੰਗ, ਜਿਨ ਸੰਗ ਪੰਗ ਜਪੀਏ ਨਾਉ, ਤਿਨ ਸੰਗ ਸੰਗ ਨ ਕੀਚਈ, ਨਾਨਕ ਜਿਨਾ ਆਪਣਾ ਸੁਆਉ। ਪੌੜੀ। ਸਾਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ ਫਿਰ ਦੁੱਖ ਨ ਤੇਟਿਆ। ਪਾਇਆ ਨੇਚਰ ਥਾਨ ਫਿਰ ਗਰਭ ਨ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ, ਜਪੋ ਸਭੋ ਜਪੀਏ ਜਾਪ ਚ ਮੁਖੋਂ ਬਲੇਟਿਆ। ਹੁਕਮੇ ਬੂਝ ਨਿਹਾਲ ਸੁਖ ਸੁਖੇਟਿਆ, ਪਰਖ ਖਜ਼ਾਨੇ ਪਾਏ ਸੇ ਬੌੜ ਨ ਖੋਟਿਆ। ਹੁਕਮੇ ਬੂਝ ਨਿਹਾਲ ਸੁਖ ਸੁਖੇਟਿਆ, ਪੁਰਖ ਖਜ਼ਾਨੇ ਪਾਏ ਸੇ ਬੌੜ ਨ ਖੋਟਿਆ। ਬਾਹਰ ਵਿਡਾਨੜੇ ਹੁਮਸ ਤੁਮਸ, ਕੂਕਾਂ ਪਈਆਂ ਰਾਹੀ, ਤੋ ਸਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਪਹਿਲੇ ਸ਼ਲੋਕ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਇਸ ਸੰਸਾਰ ਰੂਪ ਪਰਾਏ ਬਨ ਵਿੱਚ, ਜੰਗਲ ਵਿੱਚ ਬਹੁਤ ਸ਼ੋਰ ਸ਼ਰਾਬਾ ਮਚਿਆ ਹੋਇਆ ਹੈ ਜੀ। ਭਾਵ ਹਰ ਇੱਕ ਚੀਜ਼ ਦੀ ਬੜੀ ਖਿੱਚ ਹੈ ਜੀ। ਮੋਹ ਮਾਇਆ ਵਿਸ਼ੇ ਵਿਕਾਰ, ਇਸ ਦਾ ਬੜਾ ਸ਼ੋਰ ਸ਼ਰਾਬਾ ਹੈ ਸੀ ਚਾਰੇ ਪਾਸੇ, ਅਤੇ ਹਰ ਇੱਕ ਰਸਤੇ ਵਿੱਚ ਹੁਮਤ ਸੁਮਸ ਭਾਵ ਕੂਕਾਂ ਪੈ ਰਹੀਆਂ ਹਨ ਜੀ। ਬਹੁਤ ਰੌਲਾ ਰੱਪਾ ਹੈ ਜੀ। ਨਾਨਕ ਦਾ ਕਥਨ ਹੈ ਜੀ, ਤੋ ਸਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਕਿ ਜੇ ਤੁਸੀਂ ਆਪਣੇ ਪਰਮੇਸ਼ਰ ਪ੍ਰੀਤਮ ਦੇ ਚਰਨਾਂ ਰੂਪ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਦੀ ਡੋਰੀ ਲਗਾਈ ਹੈ ਜੀ, ਤਾਂ ਇਸ ਜਗਤ ਸੰਸਾਰ ਰੂਪ ਬਨ ਵਿੱਚੋਂ ਆਨੰਦਪੂਰਵਕ ਸੌਖੇ ਹੀ ਲੰਘ ਜਾਓਗੇ ਜੀ, ਤਰ ਜਾਓਗੇ ਜੀ। ਦੂਸਰੇ ਸ਼ਲੋਕ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਸੱਚੀ ਦੋਸਤੀ ਉਹਨਾਂ ਜੀਵਾਂ ਨਾਲ ਹੁੰਦੀ ਹੈ ਜੀ ਜਿਨ੍ਹਾਂ ਦੀ ਸੰਗਤ ਕੀਤਿਆਂ ਗੁਰਸ਼ਬਦ ਗੁਰਬਾਣੀ ਨਾਮ ਜਿੱਥੇ ਜਪਿਆ ਜਾਂਦਾ ਹੋਵੇ। ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਜਪਦੇ ਹਨ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਉਹਨਾਂ ਮਨਮੁਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਜੀ, ਜਿਨ੍ਹਾਂ ਨੂੰ ਕੇਵਲ ਆਪਣਾ ਮਤਲਬ ਹੁੰਦਾ ਹੈ, ਸਵਾਰਥ ਹੁੰਦਾ ਹੈ। ਪੌੜੀ ਚ ਗੁਰੂ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਜੀਵ ਦੇ ਜੀਵਨ ਵਿੱਚ ਕੇਵਲ ਉਹੀ ਵੇਲਾ, ਉਹੀ ਘੜੀ ਪ੍ਰਵਾਨ ਹੈ ਜਿਸ ਵਿੱਚ ਸਤਿਗੁਰ ਰੂਪ ਨਾਮ ਜਪਿਆ ਜਾਵੇ ਜੀ, ਅਤੇ ਜਿਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾਧ ਸੰਗਤ ਪ੍ਰਾਪਤ ਹੋ ਗਈ ਹੋਵੇ ਜੀ। ਫਿਰ ਗੁਰੂ ਜੀ ਆਖਦੇ ਹਨ, ਉਹ ਗੁਰਮੁਖ ਫਿਰ ਦੁੱਖਾਂ ਕਲੇਸ਼ਾਂ ਦੇ ਵੱਸ ਨਹੀਂ ਪੈਂਦੇ ਜੀ, ਕਿਉਂਕਿ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਰ ਦਾ ਸਥਾਈ ਠਿਕਾਣਾ ਪ੍ਰਾਪਤ ਕਰ ਲਿਆ ਹੈ ਜੀ, ਸਦਾ ਨਾਲ ਰਹਿਣ ਵਾਲਾ। ਅਤੇ ਉਹ ਗੁਰਮੁਖ ਫਿਰ ਗਰਭ ਜੂਨੀ ਨਹੀਂ ਪੈਂਦੇ ਜੀ, ਭਾਵ ਉਹਨਾਂ ਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ।
ਫਿਰ ਗੁਰੂ ਜੀ ਕਹਿੰਦੇ ਹਨ ਕਿ ਸਭ ਪਾਸੇ ਉਹਨਾਂ ਨੂੰ ਫਿਰ ਗੁਰਮੁਖਾਂ ਨੂੰ ਫਿਰ ਕੇਵਲ ਅਤੇ ਕੇਵਲ ਇੱਕੋ ਹੀ ਬ੍ਰਹਮ ਨਜ਼ਰ ਆਉਂਦਾ ਹੈ ਜੀ। ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਇਸ ਸੰਸਾਰ ਜਗਤ ਨਜ਼ਰ ਆਉਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਗੁਰਮੁਖ ਤਤ ਗੁਰੂ ਗਿਆਨ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਨਾਲ ਧਿਆਨ ਲਗਾ ਕੇ ਮੋਹ ਮਾਇਆ ਵੱਲੋਂ ਤ੍ਰਿਸ਼ਨਾਵਾਂ ਵੱਲੋਂ ਆਪਣੀ ਬੁੱਧੀ ਸਮੇਟ ਲੈਂਦੇ ਹਨ ਜੀ। ਜੇ ਉਹ ਕੁਝ ਬੋਲਦੇ ਹਨ ਤਾਂ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਉਹ ਗੁਰਮੁਖ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਕੇ ਨਿਹਾਲ ਹੋ ਜਾਂਦੇ ਹਨ ਅਤੇ ਸਦਾ ਆਤਮਿਕ ਆਨੰਦ ਵਿੱਚ ਸੁਖੀ ਵਸਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਨੇ ਅਜਿਹੇ ਗੁਰਮੁਖ ਪਰਖ ਕੇ ਆਪਣੇ ਨਾਲ ਲਗਾ ਲਏ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਇਸ ਜਗਤ ਸੰਸਾਰ ਰੂਪ ਬਨ ਵਿੱਚੋਂ ਲੰਘਣ ਵਾਲੇ ਜੀਵ ਰਾਹੀਆਂ ਦੀਆਂ ਰੋਣ ਕਰਲਾਉਣ ਦੀਆਂ ਆਵਾਜ਼ਾਂ ਦੁਖਦਾਈ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਇਹ ਜਗਤ ਸੰਸਾਰ ਮੋਹ ਮਾਇਆ ਦਾ ਘੁੱਪ ਹਨੇਰਾ ਹੈ ਜੀ, ਜਿਸ ਵਿੱਚ ਹੁਮਤ ਤੁਮਸ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰ ਜਿਨ੍ਹਾਂ ਗੁਰਮੁਖਾਂ ਦੀ ਲਿਵ ਪਰਮੇਸ਼ਰ ਦੇ ਸੱਚੇ ਨਾਮ ਨਾਲ ਲੱਗ ਗਈ ਹੈ ਜੀ, ਗੁਰੂ ਜੀ ਆਖਦੇ ਹਨ ਉਹ ਗੁਰਮੁਖ ਸਹਿਜੇ ਹੀ ਇਸ ਵਿਸ਼ੇ ਵਿਕਾਰਾਂ ਰੂਪੀ ਬਨ ਜਗਤ ਸੰਸਾਰ ਵਿੱਚੋਂ ਲੰਘ ਜਾਂਦੇ ਹਨ ਜੀ, ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰਤੇ ਗੁਰਮੁਖਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਉਹ ਅਕਾਲ ਪੁਰਖ ਹੀ ਵਿਆਪਕ ਦਿਸਦਾ ਹੈ ਜੀ। ਹਰ ਇੱਕ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਦਿਸਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਰੱਬੀ ਮੁਹੱਬਤ ਹੈ, ਭਾਵ ਜਿਨ੍ਹਾਂ ਗੁਰਮੁਖਾਂ ਦੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲੱਗ ਗਈ ਹੈ ਜੀ, ਉਹਨਾਂ ਨੂੰ ਪਰਮੇਸ਼ਰ ਨਾਲ ਸੱਚੀ ਮੁਹੱਬਤ ਹੈ ਜੀ, ਪ੍ਰੇਮ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰੋਜ਼ ਸਤਿਗੁਰ ਦੇ ਮਿਲਾਪ ਵੇਲੇ ਹੀ ਪਰਮੇਸ਼ਰ ਹਰ ਦੀ ਦਰਗਾਹ ਵਿੱਚ ਪ੍ਰਵਾਨਗੀ ਮਿਲਦੀ ਹੈ ਜੀ, ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇੱਕੋ ਪਾਸੇ ਬਿਰਤੀ ਲੱਗਣ ਕਰਕੇ ਗੁਰਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਸਭਨਾਂ ਨੂੰ ਇਸ ਲਈ ਆਪਣੀ ਰਸਨਾ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਜੀ ਅਤੇ ਸਾਧ ਸੰਗਤ ਦਾ ਸਾਥ ਕਰਨਾ ਚਾਹੀਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਜੀ ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਤਤ ਗਿਆਨ ਲਾਏ ਧਿਆਨ ਦ੍ਰਿਚ ਸਮੇਟਿਆ, ਸਭੋ ਜਪੀਏ ਜਾਪ ਜੋ ਮੁਖੋਂ ਪਲੇਟਿਆ। ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਤਤ ਗਿਆਨ ਲਾਏ ਧਿਆਨ ਦ੍ਰਿਸ਼ ਸਮੇਟਿਆ, ਸਭੋ ਜਪੀਏ ਜਾਪ ਜੋ ਮੁਖ ਬਲੇਟਿਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।